ਲੜੀਵਾਰ ਕਥਾ ਕਬੀਰ ਜੀ ਦੇ ਪਾਵਨ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ। ਰਾਮਕਲੀ ਰਾਗ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰਦੇਵ ਦੇ ਪਵਿੱਤਰ ਚਰਨਾਂ 'ਚ ਹਾਜ਼ਰੀ ਲਵਾਉਂਦਿਆਂ ਕਬੀਰ ਜੀ ਦਾ ਧਿਆਨ ਧਾਰਦਿਆਂ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਨੀਆ ਹੁਸ਼ਿਆਰ ਬੇਦਾਰ ਜਾਗਤ ਮੁਸੀਅਤ ਹਉਰੇ ਪਾਏ। ਕਬੀਰ ਜੀ ਮਹਾਰਾਜ ਜੀ ਸਾਨੂੰ ਸਾਰੇ ਦੁਨੀਆਦਾਰਾਂ ਨੂੰ ਸੰਬੋਧਨ ਕਰਕੇ ਕਹਿੰਦੇ ਉਹ ਦੁਨੀਆ ਦੇ ਲੋਗੋ ਸਾਵਧਾਨ ਹੋ ਜਾਓ, ਹੁਸ਼ਿਆਰ ਹੋ ਜਾਓ, ਜਾਗ ਜਾਓ। ਜਿਵੇਂ ਪਹਿਰੇਦਾਰ ਦੀ ਰਾਤ ਨੂੰ ਪਹਿਰਾ ਲਾਉਂਦੇ ਤੇ ਨਾਲੇ ਡੰਡਾ ਮਾਰਦੇ ਜ਼ਮੀਨ ਤੇ ਜ਼ੋਰ ਨਾਲ ਤੇ ਨਾਲੇ ਕਹਿੰਦਾ ਜਾਗਦੇ ਰਹੋ, ਜਾਗਦੇ ਰਹੋ। ਕਬੀਰ ਜੀ ਮਹਾਰਾਜ ਜੀ ਵੀ ਉਹੀ ਪਹਿਰੇਦਾਰੀ ਕਰਦੇ ਆ ਸਾਡੀ। ਕਹਿੰਦੇ ਜਾਗ ਜਾਓ ਦੁਨੀਆ ਦੇ ਲੋਗੋ, ਹੁਸ਼ਿਆਰ ਹੋ ਜਾਓ, ਸਾਵਧਾਨ ਹੋ ਜਾਓ। ਤੇ ਅੱਗੋਂ ਦੁਨੀਆ ਦੇ ਲੋਕ ਕਹਿੰਦੇ ਜੀ ਅਸੀਂ ਤਾਂ ਜਾਗਦੇ ਹਾਂ। ਬੇਦਾਰ, ਬੇਦਾਰ ਦਾ ਮਤਲਬ ਹੁੰਦਾ ਜਾਗਣਾ। ਕਹਿੰਦੇ ਜੀ ਅਸੀਂ ਤਾਂ ਜਾਗਦੇ ਹਾਂ। ਭਲਾ ਕੋਈ ਮੰਨਣ ਨੂੰ ਰਾਜੀ ਹੈ ਵੀ ਮੈਂ ਸੁੱਤਾ? ਗਫਲਤ ਦੀ ਨੀਂਦ ਕਿ ਸੁੱਤਾ ਪਿਆ ਬੰਦਾ ਮੰਨਦਾ ਹੀ ਨਹੀਂ ਮੈਂ ਸੁੱਤਾ, ਕਹਿੰਦਾ ਮੈਂ ਤਾਂ ਜਾਗਦਾ ਜੀ। ਇੱਥੇ ਤਾਂ ਕਥਾ ਕੀਰਤਨ ਸੁਣਦਿਆਂ ਬੰਦੇ ਕਈ ਜਿਹੜੇ ਨੇ ਨੇਤਰ ਬੰਦ ਕਰਕੇ ਭਾਵੇਂ ਸੁੱਤੇ ਹੋਣ ਖੰਗੂਰਾ ਮਾਰ ਕੇ ਹੀ ਕਹਿੰਦੇ ਅਸੀਂ ਸੁੱਤੇ ਥੋੜ੍ਹੀਆਂ ਜਾਗਦੇ ਹਾਂ। ਨਾਲਦਿਆਂ ਨੂੰ ਦੱਸਣ ਲਈ ਵੀ ਖੰਗੂਰਾ ਮਾਰਿਆ ਵੀ ਇਹ ਜਾਗਦਾ ਹੈ, ਉਹਦਾ ਅੱਖਾਂ ਬੰਦ ਕਰਕੇ ਸਮਾਧੀ ਲਾਈ ਬੈਠਾ। ਅਸੀਂ ਤਾਂ ਪ੍ਰਤੱਖ ਸੌਂ ਕੇ ਨਹੀਂ ਮੰਨ ਕੇ ਰਾਜੀ ਵੀ ਸੁੱਤੇ ਹਾਂ। ਤੇ ਉਦਾਂ ਵੀ ਤਾਂ ਗਫਲਤ ਦੀ ਨੀਂਦ 'ਚ ਸੁੱਤੇ ਪਏ ਕਿੱਥੇ ਬੰਨਾਂਗੇ ਵੀ ਅਸੀਂ ਸੁੱਤੇ ਪਏ ਹਾਂ। ਕਬੀਰ ਜੀ ਕਹਿੰਦੇ ਉਹ ਜਾਗੋ, ਤੇ ਅੱਗੋਂ ਕਹਿੰਦੇ ਜੀ ਜਾਗਦੇ ਹਾਂ ਅਸੀਂ। ਤੇ ਫਿਰ ਕਬੀਰ ਜੀ ਕਹਿੰਦੇ ਜਾਗਤ ਮੁਸੀਅਤ ਹੋ ਰੇ ਭਾਈ। ਉਹ ਕਹਿੰਦੇ ਕਾਹਦੇ ਜਾਗਦੇ ਹੋ? ਜਾਗਦੇ ਲੁੱਟੇ ਜਾਂਦੇ ਪਏ ਹੋ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੁਸੀਅਤ ਕਹਿੰਦੇ ਆ ਵੀ ਠੱਗੇ ਜਾਣ ਨੂੰ। ਕਹਿੰਦੇ ਕਾਹਦਾ ਜਾਗਣਾ ਤੁਹਾਡਾ? ਜਾਗਦੇ ਤਾਂ ਠੱਗੇ ਜਾ ਰਹੇ ਹੋ ਤੁਸੀਂ ਕਹਿੰਦੇ ਹੋ ਅਸੀਂ ਜਾਗਦੇ ਹਾਂ। ਵੀ ਜੇ ਜਾਗਦੇ ਹੁੰਦੇ ਤੇ ਫਿਰ ਠੱਗੇ ਥੋੜੀ ਜਾਂਦੇ। ਮੁਸੀਅਤ ਦਾ ਮਤਲਬ ਹੁੰਦਾ ਠੱਗੇ ਜਾਣਾ। ਉਹ ਕਹਿੰਦੇ ਚੰਗੇ ਭਲੇ ਜਾਗਦੇ ਵੀ ਠੱਗੇ ਜਾ ਰਹੇ ਹੋ ਤੇ ਕਾਹਦਾ ਜਾਗਣਾ ਹੋਇਆ ਤੁਹਾਡਾ? ਅਸਲ 'ਚ ਜਾਗੋ, ਅਸਲ 'ਚ ਗੱਲਾਂ ਬਾਤਾਂ ਨਾਲ ਜਾਗਣੇ ਵਾਲੀਆਂ ਗੱਲਾਂ ਕਰਕੇ ਕੋਈ ਜਾਗਦਾ ਨਹੀਂ ਹੁੰਦਾ। ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਨੂੰ ਸਿੱਖਾਂ ਪੁੱਛਿਆ, ਮਹਾਰਾਜ ਇੱਕ ਤਾਂ ਰੋਜ਼ ਅਸੀਂ ਸਵੇਰੇ ਸਵੇਰੇ ਜਾਗਦੇ ਹਾਂ, ਇੱਕ ਇਹ ਜਾਗਣਾ, ਪਰ ਇੱਕ ਜਾਗਣਾ ਸੁਰਤ ਦਾ ਜਾਗਣਾ ਹੁੰਦਾ ਅੰਦਰੋਂ। ਉਹਦਾ ਕਿਵੇਂ ਪਤਾ ਲੱਗੇ ਵੀ ਇਹ ਜਾਗਦਾ ਹੈ? ਸੁਰਤ ਦਾ ਜਾਗਣਾ, ਅੰਦਰੋਂ ਜਾਗਣਾ, ਉਹ ਪਤਾ ਕਿਵੇਂ ਲੱਗੇ ਵੀ ਜਾਗਦੇ ਹਾਂ ਅਸੀਂ ਸੁੱਤੇ ਨਹੀਂ ਹਾਂ। ਕੀਰਤਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਬਹਿ ਕੇ ਸਤਵੇਂ ਗੁਰਦੇਵ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੱਸਦੇ ਸਿੱਖਾਂ ਨੂੰ ਜਾਗੇ ਹੋਇਆਂ ਦੀ ਨਿਸ਼ਾਨੀ ਵੀ ਕਿਵੇਂ ਪਤਾ ਲੱਗੇ ਵੀ ਤੁਸੀਂ ਜਾਗਦੇ ਹੋ। ਤਾਂ ਸਾਹਿਬ ਨੇ ਬਚਨ ਕਹੇ ਮਨ ਜਾਗੈ ਕੀ ਇਹ ਨਿਸ਼ਾਨੀ, ਪ੍ਰਿਆ ਲਾਗੈ ਸਤਿਗੁਰ ਕੀ ਬਾਨੀ। ਕਹਿੰਦੇ ਜਾਗੇ ਹੋਏ ਮਨਾਂ ਦੀ ਇਹ ਨਿਸ਼ਾਨੀ ਹੈ। ਜਿਹੜੇ ਜਾਗੇ ਹੋਏ ਨੇ ਉਹਨਾਂ ਨੂੰ ਗੁਰੂ ਕੀ ਬਾਣੀ ਬੜੀ ਪਿਆਰੀ ਲੱਗਦੀ ਹੈ। ਉਹ ਹਰ ਵੇਲੇ ਗੁਰਬਾਣੀ 'ਚ ਸੁਰਤ ਜੋੜ ਕੇ ਰੱਖਦੇ, ਉਹ ਨੇ ਜਾਗੇ ਹੋਏ। ਹੁਣ ਵੇਖੀ ਅਸੀਂ ਜਾਗਦੇ ਹਾਂ, ਸਾਨੂੰ ਸਾਹਿਬ ਦੀ ਬਾਣੀ ਪਿਆਰੀ ਲੱਗਦੀ ਹੈ। ਅੰਮ੍ਰਿਤ ਬਾਣੀ ਕੋਈ ਸੁਣਾਵੇ, ਉਹਨੂੰ ਕਹਿੰਦੇ ਹਾਂ ਬਈ ਧੰਨਵਾਦ, ਹੋਰ ਸੁਣਾ। ਅਸੀਂ ਕਹਿੰਦੇ ਸਪੀਕਰ ਵੀ ਬੰਦ ਹੋ ਜਾਣ ਗੁਰਦੁਆਰਿਆਂ 'ਚ, ਕਿਤੇ ਸਾਡੇ ਕੰਨਾਂ 'ਚ ਬਾਣੀ ਪੈ ਨਾ ਜਾਏ। ਇਹ ਵੀ ਰੌਲਾ ਅੱਜ ਕੱਲ੍ਹ ਕਈ ਪਿੰਡਾਂ ਨਗਰਾਂ ਵਿੱਚ ਕਲੇਸ਼ ਕਰਦੇ ਗ੍ਰੰਥੀ ਸਿੰਘਾਂ ਨਾਲ, ਪਾਠੀ ਸਿੰਘਾਂ ਨਾਲ ਆ ਕੇ ਗੁਰੂ ਘਰ ਵੀ ਇਹ ਧੂਤੂਆਂ ਦੇ ਮੂੰਹ ਤੁਸੀਂ ਸਾਡੇ ਘਰ ਵੱਲ ਕੀਤੇ ਆ, ਪਾਸੇ ਕਰੋ, ਚੰਗੀ ਨਹੀਂ ਲੱਗਦੀ ਬਾਣੀ। ਇਹ ਉਹ ਬੰਦੇ ਜਦੋਂ ਇਹੋ ਜਿਹੀਆਂ ਕੰਟਰੀਆਂ 'ਚ ਚਲੇ ਜਾਣ ਜਿੱਥੇ ਗੁਰਬਾਣੀ ਸੁਣਾਈ ਨਾ ਦੇਵੇ, ਫਿਰ ਤਰਸਦੇ ਆ ਵੀ ਸਾਨੂੰ ਤਾਂ ਉਹ ਮਾਹੌਲ ਨਹੀਂ ਮਿਲਦਾ ਜਿਹੜਾ ਇੱਥੇ ਮਿਲਿਆ ਹੋਇਆ। ਗੁਰੂ ਖਾਲਸਾ ਜੀ
ਜਾਗਿਆਂ ਹੋਇਆਂ ਦੀ ਨਿਸ਼ਾਨੀ ਹੈ। ਉਹਨਾਂ ਨੂੰ ਸਤਿਗੁਰਾਂ ਦੀ ਬਾਣੀ ਪਿਆਰੀ ਲੱਗਦੀ ਹੈ, ਮਿੱਠੀ ਲੱਗਦੀ ਹੈ। ਇੱਥੇ ਕਬੀਰ ਜੀ ਪਾਤਸ਼ਾਹ ਕਹਿ ਰਹੇ ਨੇ, ਜਾਗੋ ਭਾਈ। ਇਹ ਕਹਿੰਦੇ ਜੀ ਜਾਗਦੇ ਆ। ਕਹਿੰਦੇ ਕਾਹਦੇ ਜਾਗਦੇ ਹੋ? ਜਾਗਤ ਮੁਸੀਅਤ ਹੋ ਰਹੇ ਭਾਈ, ਤੁਸੀਂ ਤਾਂ ਜਾਗਦੇ ਹੀ ਲੁੱਟੇ ਜਾ ਰਹੇ ਹੋ, ਜਾਗਦੇ ਹੀ ਠੱਗੇ ਜਾ ਰਹੇ ਹੋ। ਹਾਂਜੀ। ਨਿਗਮ ਹੁਸਿਆਰ ਪਹਿਰੂਆ ਦੇਖਤ ਜਮ ਲੈ ਜਾਏ। ਨਿਗਮ ਹੁਸਿਆਰ ਪਹਿਰੂਆ। ਇਹ ਕਹਿੰਦੇ ਜੀ ਨਹੀਂ ਜੀ ਨਹੀਂ, ਅਸੀਂ ਤਾਂ ਪਹਿਰੇਦਾਰ ਰੱਖੇ ਆ, ਸਾਨੂੰ ਕਿਵੇਂ ਕੋਈ ਲੈ ਜਾ, ਸਾਡੇ ਘਰੋਂ ਕਿਵੇਂ ਕੋਈ ਚੋਰੀ ਕਰਕੇ ਲੈ ਜੂ, ਅਸੀਂ ਤਾਂ ਪਹਿਰੇਦਾਰ ਰੱਖੇ ਆ। ਪੁੱਛਿਆ ਵੀ ਕਿਹੜੇ ਪਹਿਰੇਦਾਰ? ਕਹਿੰਦੇ ਨਿਗਮ। ਨਿਗਮ ਕਹਿੰਦੇ ਵੇਦਾਂ ਨੂੰ, ਸ਼ਾਸਤਰਾਂ ਨੂੰ, ਧਰਮ ਗ੍ਰੰਥਾਂ ਨੂੰ। ਕਹਿੰਦੇ ਜੀ ਅਸੀਂ ਵੇਦ ਸ਼ਾਸਤਰ ਧਰਮ ਗ੍ਰੰਥ ਪੜ੍ਹੇ ਆ, ਉਹ ਸਾਡੇ ਪਹਿਰੇਦਾਰ ਨੇ। ਕਬੀਰ ਜੀ ਕਹਿੰਦੇ ਵੀ ਉਹ ਪਹਿਰੇਦਾਰਾਂ ਦੇ ਹੁੰਦਿਆਂ ਹੀ, ਉਹਨਾਂ ਦੇ ਵੇਖਦਿਆਂ ਹੀ ਦੇਖਤ ਜਮ ਲੈ ਜਾਈ। ਜੰਮਾਂ ਨੇ ਲੈ ਜਾਣਾ ਫੜ ਕੇ, ਤੇ ਪਹਿਰੇਦਾਰ ਨੇ ਕੱਖ ਨਹੀਂ ਕਰਨਾ, ਉਹਨਾਂ ਪਿਛਲੇ ਪਾਸੇ ਖਲੋ ਰਹਿਣਾ। ਪਹਿਰੇਦਾਰ ਹੱਥ 'ਚ ਨਿੱਕਾ ਜਿਹਾ ਡੰਡਾ ਫੜਿਆ ਹੋਵੇ, ਉਹ ਕਹੇ ਵੀ ਉਹਦਾ ਤਾਂ ਇੰਨਾ ਕੀ ਕੰਮ ਹੁੰਦਾ ਨਾ ਵੀ ਜਾਗੋ। ਬਚਾਉਣਾ ਦਾ ਘਰ ਵਾਲਿਆਂ ਨੇ ਹੁੰਦਾ, ਪਹਿਰੇਦਾਰ ਨੇ ਥੋੜੀ ਬਚਾਉਣਾ ਹੁੰਦਾ। ਅਗਲੇ ਲੈ ਕੇ ਆ ਜਾਣ ਵੱਡੀਆਂ ਵੱਡੀਆਂ ਬੰਦੂਕਾਂ, ਦੇ ਪਹਿਰੇਦਾਰ ਨੇ ਕਹਿਣਾ ਮੈਂ 10,000 ਦੇ ਪਿੱਛੇ ਕਿਉਂ ਆਪਣੀ ਜਾਨ ਗਵਾਵਾਂ। ਉਹਨੇ ਪਿਛਲੇ ਬੰਨੇ ਹੋ ਖਲੋਣਾ ਵੀ ਮਾਰ ਅੱਗੇ ਹੋ ਗਏ ਬਈ। ਕਬੀਰ ਜੀ ਕਹਿੰਦੇ ਪਹਿਰੇਦਾਰ ਦਾ ਕੰਮ ਹੁੰਦਾ ਕੱਲਾ ਜਗਾਉਣਾ, ਬਚਾਉਣਾ ਤੈਂ ਸੀ ਆਪਣੇ ਆਪ ਨੂੰ। ਕਹਿੰਦੇ ਪਹਿਰੇਦਾਰਾਂ ਨੇ ਵੇਖਦੇ ਰਹਿ ਜਾਣਾ ਤੇ ਫੜ ਕੇ ਜੰਮਾਂ ਨੇ ਲੈ ਜਾਣਾ ਕਰੜੇ ਹੱਥ ਲਾ ਕੇ। ਕਿਉਂ? ਤੂੰ ਜਿਹੜੇ ਵੇਦ ਸ਼ਾਸਤਰ ਨੇ ਪੜ੍ਹੇ ਨੇ, ਕਮਾਏ ਕੋਈ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੂੰ ਗੁਰਬਾਣੀ ਪੜ੍ਹੀ ਜ਼ਰੂਰ, ਗੁਰਬਾਣੀ ਦਾ, ਪਰ ਉਹਨੂੰ ਅਮਲ ਨਹੀਂ ਕੀਤਾ, ਉਹਦੇ ਤੇ ਚੱਲਿਆ ਕੋਈ ਨਹੀਂ। ਧਰਮ ਗ੍ਰੰਥ ਪੜ੍ਹੇ ਜ਼ਰੂਰ, ਕਮਾਈ ਨਹੀਂ ਕੀਤੀ। ਪਰ ਧਰਮ ਗ੍ਰੰਥਾਂ ਨੇ ਆਪਣੀ, ਇੱਥੇ ਧਰਮ ਗ੍ਰੰਥਾਂ ਨਿਗਮਾਂ ਸ਼ਾਸਤਰਾਂ ਦੀ ਨਿੰਦਿਆ ਨਹੀਂ ਕਰ ਰਹੇ ਕਬੀਰ ਜੀ। ਕਹਿੰਦੇ ਉਹਨਾਂ ਆਪਣਾ ਕੰਮ ਕੀਤਾ, ਪਰ ਤੂੰ ਨਹੀਂ ਆਪਣਾ ਕੰਮ ਕੀਤਾ, ਤੂੰ ਨਹੀਂ ਚੱਲਿਆ ਉਹਨਾਂ ਮੁਤਾਬਕ। ਉਹਨਾਂ ਦਾ ਕਿਹਾ ਸੀ ਵੀ ਜਾਗ ਬਈ ਉੱਠ, ਤੂੰ ਉੱਠਿਆ ਹੀ ਉਦੋਂ ਜਦੋਂ ਸਾਰਾ ਕੁਝ ਲੁੱਟਿਆ ਗਿਆ। ਤੈਨੂੰ ਹੋਸ਼ ਹੀ ਉਦੋਂ ਆਈ ਜਦੋਂ ਸਰੀਰ ਚੋਂ ਪ੍ਰਾਣ ਨਿਕਲ ਗਏ ਵੀ ਮੈਂ ਤਾਂ ਕੁਝ ਨਹੀਂ ਸਵਾਰਿਆ, ਜੋ ਕਰਦਾ ਰਿਹਾ ਉਹ ਤਾਂ ਕਿਸੇ ਕੰਮ ਨਹੀਂ ਆਉਣਾ ਹੁਣ ਅੱਗੇ, ਜੋ ਕਰਨਾ ਸੀ ਉਹ ਕੀਤਾ ਹੀ ਨਹੀਂ। ਕਹਿੰਦੇ ਫਿਰ ਉਹਨਾਂ ਦੇ ਵੇਖਦਿਆਂ ਜੰਮਾਂ ਨੇ ਲੈ ਜਾਣਾ, ਦੇਖਤ ਜਮ ਲੈ ਜਾਈ। ਪਹਿਰੇਦਾਰਾਂ ਦੇ ਵੇਖਦਿਆਂ ਜੰਮਾਂ ਨੇ ਲੈ ਜਾਣਾ ਪਕੜ ਕੇ, ਕਰੜੇ ਹੱਥ ਪਾ ਕੇ। ਰਹਾਉ ਨਿੰਬ ਭਇਓ ਆੰਬ, ਆੰਬ ਭਇਓ ਨਿੰਬ, ਕੇਲਾ ਪਾਕਾ ਝਾਰ। ਕਹਿੰਦੇ ਨਿੰਮ ਕੌੜੀ ਹੁੰਦੀ ਆ ਨਾ, ਕੌੜੀ ਨਿੰਮ ਨੂੰ ਅੰਬ ਸਮਝਦਾ ਵੀ ਮਿੱਠਾ ਅੰਬ ਹੈ, ਇਹ ਸਮਝ ਕੇ ਖਾਂਦਾ। ਤੇ ਆਂਬ ਭਇਓ ਨਿੰਬਾ, ਤੇ ਜਿਹੜਾ ਅੰਬ ਸੀ ਮਿੱਠਾ, ਉਹਨੂੰ ਨਿੰਮ ਵਾਂਗੂ ਕੌੜਾ ਸਮਝਦਾ ਹੈ। ਕੇਲਾ ਪਾਕਾ ਝਾਰ, ਤੇ ਕਹਿੰਦੇ ਜਿਹੜਾ ਪੱਕਾ ਕੇਲਾ ਬੜਾ ਮਿੱਠਾ ਹੁੰਦਾ, ਉਹਨੂੰ ਕੰਡਿਆਂ ਵਾਲਾ ਝਾੜ ਸਮਝ ਲਿਆ, ਤੇ ਜਿਹੜਾ ਕੰਡਿਆਂ ਵਾਲਾ ਝਾੜ ਸੀ ਉਹਨੂੰ ਕੇਲਾ ਸਮਝ ਲਿਆ ਮਿੱਠਾ। ਇਹ ਆ ਕਹਿੰਦੇ ਤੇਰੀ ਸਿਆਣਪ। ਆ ਜਾਗਦਾ ਤੂੰ, ਇਹਨੂੰ ਕਹਿਣਾ ਮੈਂ ਜਾਗਣਾ। ਕਹਿੰਦੇ ਇਹ ਜਾਗਣਾ ਤੇਰਾ ਬਈ, ਵੀ ਨਿੰਮ ਨੂੰ ਅੰਬ ਸਮਝੀ ਬੈਠਾ, ਅੰਬ ਨੂੰ ਨਿੰਮ ਸਮਝੀ ਬੈਠਾ, ਕੇਲੇ ਨੂੰ ਤੂੰ ਝਾੜ ਸਮਝੀ ਬੈਠਾ, ਝਾੜ ਨੂੰ ਕੇਲਾ ਸਮਝੀ ਬੈਠਾ। ਆ ਜਾਗਦਾ ਤੂੰ। ਇਹਦਾ ਮਤਲਬ ਕੀ ਹੈ? ਜਿਹੜੇ ਸਕਾਮ ਕਰਮ ਨੇ, ਜਿਹੜੇ ਕਰਮ ਅਸੀਂ ਕਾਮਨਾ ਧਾਰ ਕੇ ਕਰਦੇ ਹਾਂ, ਮਾਫ ਕਰਨਾ ਮੈਂ ਵੀ ਵਿੱਚ ਹੀ ਹਾਂ, ਅਸੀਂ ਵੀ ਮਨ 'ਚ ਬਹੁਤ ਕਾਮਨਾਵਾਂ ਕਰਕੇ ਜਪਜੀ ਸਾਹਿਬ ਦਾ ਪਾਠ ਕਰਦੇ। ਮਹਾਰਾਜ ਇੰਨੇ ਪਾਠ ਕਰ ਲਿਆ, ਹੁਣ ਸਾਡਾ ਆਹ ਕੰਮ ਕਰ ਦਿਓ। ਆਪਾਂ ਜਿੰਨੇ ਬੈਠੇ ਹਾਂ ਗੁਰੂ ਹਦੂਦ 'ਚ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਕਿ ਸਾਡੇ 'ਚੋਂ ਕਿੰਨੇ ਕਾਏ ਨੇ ਇੱਥੇ ਵੀ ਜਿਨ੍ਹਾਂ ਨੇ ਆ ਕੇ ਅਰਦਾਸ 'ਚ ਕੁਝ ਨਹੀਂ ਮੰਗਿਆ,
नहीं तो किसे कहा होना महाराज साडा आह काम हो जाए, साडी दुकान वधिया चले, साडी नौकरी चंगी चलते रहे महाराज। नहीं तो बहुते कईयां ने महाराज शरीर ठीक ठाक रवे, निष्काम हो के तो नहीं ना आए। ठीक है मंगना साहब कोलों ही कित्थे जाइए, सतगुरां बिना साडा कोई नहीं। पर कामना रहत हो के भी तो वेखीए, किसी दिन कोई इहो जिहा कर्म भी करिए भी जदों कोई कामना होवे ही ना महाराज अज सब तुहाडा तुहाडे चरनां 'च, तुहाडा तुहाडे चरनां 'च। ये बाणी तुहाडी तुसीं पढ़ा लई, तुहाडी बाणी तुहाडे चरनां 'च, तुहानूं अर्पण। इहनूं कहंदे आ कामना रहत हो के कर्म करना। ਜਿਹੜੇ ਸਕਾਮ ਕਰਮ ਨੇ ਨਾ ਉਹ ਨੇ ਨਿੰਮ ਦੇ ਸਮਾਨ ਕੌੜੇ, ਉਹ ਅਸੀਂ ਸਮਝ ਲਏ ਅੰਬ ਦੇ ਸਮਾਨ ਮਿੱਠੇ। ਦੁਨੀਆ ਦੀ ਕੋਈ ਵੀ ਕਾਮਨਾ ਪੂਰੀ ਤਾਂ ਹੋ ਜਾਏਗੀ, ਭਜਨ ਕਰਾਂਗੇ ਅਰਦਾਸ ਮਿਲੇਗੀ, ਪਰ ਦੱਸੋ ਕੋਈ ਪਦਾਰਥ ਸੰਸਾਰ ਦਾ ਐਸਾ ਹੈ ਜਿਹੜਾ ਮਿਲੇ ਤੇ ਕੇਵਲ ਉਹਦੇ 'ਚ ਸੁੱਖ ਮਿਲੇ, ਦੁੱਖ ਵੀ ਤੇ ਨਾਲ ਹੀ ਆਉਣਾ ਨਾ ਉਹਦੇ। ਸੁਖ ਮੰਗਤ ਦੁੱਖ ਆਗੈ, ਉਹ ਆਉਣਾ ਹੀ ਆਉਣਾ ਬਦੋ ਬਦੀ, ਉਹਦੇ ਨਾਲ ਹੈ ਉਹ। ਆਪ ਮੋਬਾਈਲਾਂ ਦੇ ਵੀ ਸੁੱਖ ਨੇ ਤੇ ਦੁੱਖ ਜ਼ਿਆਦਾ ਨੇ ਨਾ, ਇਹ ਵੀ ਨਾਲ ਹੀ ਹੈ। ਇਹ ਬਦੋ ਬਦੀ ਆਉਣੇ ਆ ਨਾਲ, ਸੁੱਖ ਘੱਟ ਹੋਣਗੇ ਪਰ ਦੁੱਖ ਜ਼ਿਆਦਾ ਨੇ। ਇਹ ਵੀ ਤਾਂ ਦੁੱਖ ਹੀ ਆ ਵੀ ਗੁਰੂ ਕੀ ਸੰਗਤ ਵਿੱਚ ਵੀ ਆ ਕੇ ਨਿਵੱਜੀ ਜਾਣਾ। ਚੰਗਾ ਭਲਾ ਬੈਠਾ ਬਿਠਾਇਆ ਬੰਦਾ ਜੇ ਇੱਕਦਮ ਵੱਜ ਪਏ ਫੋਨ, ਬੈੱਡ ਦੀ ਰਜਾਈ 'ਚ ਢੋ ਲਾ ਕੇ ਦਲਿੱਦਰੀ ਹੋ ਕੇ ਅਗੇ ਅੱਖ ਵੀ ਨਾ ਖੁੱਲੀ ਹੋਵੇ ਫੋਨ ਲਾ ਦੇਣਗੇ। ਤੇ ਗੁਰੂ ਘਰ ਵਿੱਚ ਬੈਠਾ ਚੁੱਕ ਕੇ ਫੋਨ, ਉਹ ਸੁੱਤੇ ਪਏ ਬੰਦੇ ਦੀ ਗੱਲ ਨੂੰ ਜ਼ਿਆਦਾ ਤਰਜੀਹ ਦੇ ਕੇ ਗੁਰੂ ਕੀ ਬਾਣੀ ਨੂੰ ਪਿੱਛੇ ਕਰ ਦਿੰਦਾ। ਵੇਖੋ ਸੁੱਖ ਮਿਲਿਆ ਕਿ ਦੁੱਖ। ਇਹ ਆ ਵਰਤਾਰਾ ਹਰ ਸ਼ੈ ਦਾ। ਤੋ ਕਾਮਨਾ ਸਹਿਤ ਕੀਤੇ ਹੋਏ ਕਰਮ ਜਿਹੜੇ ਨੇ ਉਹ ਨਿੰਬ ਤੋਂ ਹੈ, ਨਿੰਮ ਦੇ ਸਮਾਨ ਕੌੜੇ, ਪਰ ਅਸੀਂ ਸਮਝ ਲਏ ਵੀ ਆਂਬ ਵੀ ਅੰਬ ਦੇ ਸਮਾਨ ਮਿੱਠੇ ਹੈ। ਤੇ ਨਿਸ਼ਕਾਮ ਕਰਮ ਜਿਹੜੇ ਅੰਬ ਵਾਂਗੂ ਮਿੱਠੇ ਸੀ। ਕਾਮਨਾ ਰਹਿਤ ਹੋ ਕੇ ਕੋਈ ਕਰਮ ਕਰਨਾ, ਕੋਈ ਚਾਹਨਾ ਨਾ ਹੋਣੀ। 25 ਪਾਠ ਜਪਜੀ ਸਾਹਿਬ ਦੇ ਕੀਤੇ, 51 ਪਾਠ ਜਪਜੀ ਸਾਹਿਬ ਦੇ ਕੀਤੇ, ਇੱਛਾ ਰੱਖੀ ਨਹੀਂ ਕੋਈ ਕਾਮਨਾ ਨਹੀਂ ਰੱਖੀ। ਉਹ ਸੀ ਅੰਬ ਮਿੱਠਾ, ਪਰ ਉਹਨੂੰ ਅਸੀਂ ਨਿੰਮ ਦੇ ਤੁੱਲ ਜਾਣ ਲਿਆ। ਮੈਂ ਇੰਨੀ ਬਾਣੀ ਪੜ੍ਹ ਲਈ, ਮੰਗਿਆ ਤਾਂ ਹੈ ਨਹੀਂ ਕੁਝ। ਨਿੰਮ, ਉਹ ਨਿੰਮ ਬਣ ਗਈ, ਉਹਨੂੰ ਨਿੰਮ ਸਮਾਨ ਸਮਝ ਲਿਆ। ਕੇਲਾ ਪਾਕਾ ਝਾਰ, ਤੇ ਜਿਹੜੇ ਪੱਕੇ ਕੇਲਿਆਂ ਦੇ ਸਮਾਨ ਮਿੱਠਾ ਨਾਮ ਰਸ ਸੀ ਪਰਮੇਸ਼ਰ ਦਾ। ਜਿਵੇਂ ਕੇਲਾ ਬੜਾ ਮਿਠਾਸ, ਚੀਨੀ ਵਰਗਾ ਮਿੱਠਾ ਹੁੰਦਾ, ਖੰਡ ਵਰਗਾ। ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹਦੇ ਵਾਂਗੂ ਮਿੱਠਾ, ਉਹਨੂੰ ਸਮਝ ਲਿਆ ਕੰਡਿਆਂ ਵਾਲਾ ਝਾੜ। ਤੇ ਜਿਹੜੇ ਵਿਸ਼ੇ ਵਿਕਾਰ ਸੀ ਕੰਡਿਆਂ ਦੇ ਝਾੜ ਦੇ ਤੁਲ ਕਾਮ ਦਾ ਸੁੱਖ, ਇਹ ਕੰਡਿਆਂ ਦਾ ਝਾੜ ਸੀ, ਉਹਨੂੰ ਸਮਝ ਲਿਆ ਮਿੱਠਾ ਕੇਲੇ ਦੇ ਫਲ ਸਮਾਨ। ਉਲਟੀ ਪ੍ਰਵਿਰਤੀ ਵਿਕਾਰਾਂ ਨੂੰ, ਜਿਹੜੇ ਕ੍ਰੋਧ ਆਦਿਕ ਵਿਕਾਰ, ਕਾਮ ਆਦਿਕ ਵਿਕਾਰ, ਉਹ ਕੰਡਿਆਲੇ ਝਾੜ ਜਿਨ੍ਹਾਂ 'ਚੋਂ ਦੁੱਖ ਹੀ ਦੁੱਖ ਹੈ, ਉਹਨੂੰ ਫਲ ਸਮਝ ਲਿਆ ਕੇਲੇ ਦਾ। ਤੇ ਨਾਮ ਰਸ ਦੇ ਸਮਾਨ ਕੀਮਤੀ ਪਿਆਰਾ ਮਿੱਠਾ ਜੋ ਹਰੀ ਦਾ ਨਾਮ ਸੀ ਕੇਲੇ ਦੇ ਤੁਲ, ਉਹਨੂੰ ਕੰਡਿਆਲਾ ਝਾੜ ਸਮਝ ਲਿਆ। ਨਾਮ ਜਪਣਾ ਇਹਨੂੰ ਦੁੱਖ ਦਿੰਦਾ। ਸਾਖਤ ਬੰਦੇ ਦੀ ਨਿਸ਼ਾਨੀ ਕੀ ਆ, ਪਾਤਸ਼ਾਹ ਨੇ ਗੁਰਬਾਣੀ 'ਚ ਦੱਸੀ ਹੈ। ਕਹਿੰਦੇ ਉਹ ਏਦਾਂ ਨਾਮ ਸੁਣ ਕੇ ਪਰਮੇਸ਼ਰ ਦਾ ਦੁਖੀ ਹੁੰਦਾ ਜਿਵੇਂ ਕੋਈ ਬਿੱਛੂ ਡੰਗ ਮਾਰੇ ਤੇ ਬੰਦਾ ਦੁਖੀ ਹੁੰਦਾ। ਨਾਮ ਸੁਨਤ ਜਨ ਬਿੱਛੂ ਡਸਾਨਾ। ਪਰਮੇਸ਼ਰ ਦਾ ਨਾਮ ਸੁਣ ਕੇ ਏਦਾਂ ਦੁਖੀ ਹੁੰਦਾ ਜਿਵੇਂ ਬਿੱਛੂ ਨੇ ਡੰਗ ਲਿਆ ਹੋਵੇ। ਇਹਨੂੰ ਚੰਗਾ ਨਹੀਂ ਲੱਗਦਾ ਨਾਮ ਪਰਮੇਸ਼ਰ ਦਾ। ਇਹ ਕਹਿੰਦੇ ਆ, ਇਹਨੂੰ ਕਹਿੰਦੇ ਸੀ ਜਾਗਦੇ ਆ ਬੰਦੇ। ਕਬੀਰ ਜੀ ਕਹਿੰਦੇ ਖੇ ਸਵਾ ਜਾਗਦੇ ਹੋ, ਆਹ ਤਾਂ ਤੁਹਾਡੀ ਹਾਲਤ ਹੈ। ਨਾਲੀਏਰ ਫਲ ਸੇ ਬਰ ਪਾਕਾ, ਮੂਰਖ ਮੁਗਧ ਗਵਾਰ। ਨਾਰੀਅਲ ਦਾ ਫਲ ਜਿਹੜਾ ਹੁੰਦਾ ਨਾ, ਇਹਨੂੰ ਸ਼੍ਰੀ ਫਲ ਕਹਿੰਦੇ। ਦੁਨੀਆ ਦੇ ਜਿਤਨੇ ਫਲ ਨੇ ਸਭ ਤੋਂ ਉੱਤਮ ਫਲ ਸ਼੍ਰੀ ਫਲ। ਗੁਰੂ ਬਾਬਾ ਜੀ ਨੇ ਇਸੇ ਕਰਕੇ ਫਲ ਲਿਆ ਤੇ ਗੁਰੂ ਅੰਗਦ ਸਾਹਿਬ ਨੂੰ ਨਮਸਕਾਰ ਕੀਤੀ ਰੱਖ ਕੇ। ਉੱਤਮ ਫਲ ਹੈ ਨਾ ਇਹ।
ਇਹਨੂੰ ਉੱਤਮ ਤਾਂ ਕਹਿੰਦੇ ਆ ਵੀ ਅੰਦਰੋਂ ਨਰਮ ਹੁੰਦਾ, ਬਾਹਰੋਂ ਸਖਤ। ਸਭ ਤੋਂ ਨਖਿੱਧ ਫਲ ਕਿਹਾ ਜਾਂਦਾ ਬੇਰ ਦਾ, ਅੰਦਰੋਂ ਗਿਟਕ ਬੜੀ ਸਖਤ ਤੇ ਬਾਹਰੋਂ ਨਰਮ। ਬੰਦਿਆਂ ਦਾ ਵੀ ਜਿਹੜੇ ਅੰਦਰੋਂ ਸਖਤ ਤੇ ਬਾਹਰੋਂ ਨਰਮ ਹੁੰਦੇ ਆ ਨਾ, ਉਹ ਨਖਿੱਧ ਹੈ। ਉੱਤਮ ਪੁਰਸ਼ ਬਾਹਰੋਂ ਭਾਵੇਂ ਸਖਤ ਨਜ਼ਰ ਆਉਂਦੇ ਹੁਣ, ਪਰ ਅੰਦਰੋਂ ਕੂਲੇ ਕੋਮਲ। ਮੂੰਹ ਤੋਂ ਕਹਿਣਗੇ ਚੱਲ ਪਰੇ, ਦਿਲੋਂ ਕਹਿਣਗੇ ਚੱਲ ਆ ਜਾ, ਕੋਈ ਨਹੀਂ, ਫਿਰਦਾ ਨਰਮ। ਇਹ ਬਿਰਤੀ ਸ਼੍ਰੀ ਫਲ ਨਾਰੀਅਲ ਦੀ ਹੁੰਦੀ। ਕਹਿੰਦੇ ਨਾਲੀਏਰ ਫਲ ਸੇਬਰ ਪਾਕਾ। ਜਿਹੜਾ ਸ਼੍ਰੀ ਫਲ ਨਾਰੀਅਲ ਸੀ, ਉਹਨੂੰ ਇਹਨੇ ਸਮਝ ਲਿਆ ਪੱਕਾ ਸਿੰਬਲ ਦਾ ਫਲ। ਸਿੰਬਲ ਦਾ ਫਲ ਸਿੰਬਲ ਦੇ ਬੂਟੇ ਦਾ ਹੁੰਦਾ, ਉਹ ਕਿਸੇ ਕੰਮ ਨਹੀਂ ਆਉਂਦਾ, ਉਹ ਕਿਸੇ ਕੰਮ ਨਹੀਂ ਆਉਂਦਾ। ਕਹਿੰਦੇ ਉਹਨੂੰ ਉਹਦੇ ਸਮਾਨ ਸਮਝ ਲਿਆ। ਤੇ ਜਿਹੜਾ ਸਿੰਬਲ ਦਾ ਪੱਕਾ ਫਲ ਸੀ, ਉਹਨੂੰ ਨਾਰੀਅਲ ਸਮਝ ਲਿਆ, ਉਲਟਾ। ਯਾਨੀ ਕਿ ਸਤਿਪੁਰਸ਼ਾਂ ਦੀ ਜਿਹੜੀ ਸੰਗਤ ਸੀ, ਗੁਰੂ ਕੀ ਸੰਗਤ, ਗੁਰੂ ਦੇ ਪਿਆਰਿਆਂ ਦੀ ਸੰਗਤ, ਉਹ ਸ਼੍ਰੀ ਫਲ ਵਾਂਗੂ ਉੱਤਮ ਸੀ। ਉਹਨੂੰ ਇਹਨੇ ਸਮਝ ਲਿਆ ਸੇਬਰ ਫਲ ਪਾਕਾ, ਸਿੰਬਲ ਦੇ ਫਲ ਵਾਂਗੂ। ਕਹਿੰਦਾ ਇਹ ਤੇ ਵਿਹਲੜਾਂ ਦਾ ਕੰਮ ਹੈ। ਤੇ ਜਿਹੜੇ ਮਨਮੁਖ ਕੁਸੰਗੀ ਭੈੜੇ ਦੁਰਜਨ ਲੋਕ, ਉਹਨਾਂ ਦੀ ਸੰਗਤ ਜਿਹੜੀ ਸੀ, ਉਹ ਸੀ ਸਿੰਬਲ ਦੇ ਬੂਟੇ ਵਾਂਗੂ। ਕਹਿੰਦਾ ਇਹ ਤਾਂ ਬੰਦੇ ਹੀ ਬੜੇ ਵਧੀਆ ਨੇ, ਬੜਾ ਮਨ ਲੱਗਦਾ ਇਹਨਾਂ 'ਚ ਬਹਿ ਕੇ। ਉਹਨਾਂ ਨੂੰ ਸਮਝ ਲਿਆ ਸ਼੍ਰੀ ਫਲ ਨਾਰੀਅਲ ਵਾਂਗੂ। ਕਹਿੰਦੇ ਮੂਰਖ ਮੁਗਧ ਗਵਾਰ, ਕਹਿੰਦੇ ਏਦਾਂ ਦੇ ਮੂਰਖ ਤੇ ਮੁਗਧ ਗਵਾਰ ਲੋਕ ਨੇ ਕਲਯੁਗ ਦੇ। ਤੇ ਫਿਰ ਕਹਿੰਦੇ ਜੀ ਅਸੀਂ ਜਾਗਦੇ ਹਾਂ। ਕਹਿੰਦੇ ਦੱਸੋ ਭਲਾ, ਇਹ ਜਾਗਣ ਵਾਲੇ ਕੰਮ ਨੇ ਤੁਹਾਡੇ? ਇਹ ਕਰਤੂਤਾਂ ਤੁਹਾਡੀਆਂ ਜਾਗਣ ਵਾਲੀਆਂ ਨੇ? ਵੀ ਸਤ ਸੰਗੀ ਤੁਹਾਨੂੰ ਚੰਗੇ ਨਹੀਂ ਲੱਗਦੇ ਤੇ ਕੁਸੰਗੀ ਚੰਗੇ ਲੱਗਦੇ ਆ। ਸਤ ਸੰਗੀਆਂ ਵਿੱਚ ਜਾਣਾ ਤੁਹਾਨੂੰ ਪਸੰਦ ਨਹੀਂ, ਕੁਸੰਗੀਆਂ 'ਚ ਘੰਟਿਆਂ ਬੱਧੀ ਬਹਿ ਕੇ ਸਮਾਂ ਬਤੀਤ ਕਰ ਲੈਂਦੇ ਜੇ। ਕਹਿੰਦੇ ਮੂਰਖਾਂ ਤੇ ਮੁਗਧਾਂ ਦਾ ਕੰਮ ਜੇ, ਇਹ ਜਾਗਣ ਵਾਲੇ ਕੰਮ ਨਹੀਂ। ਹਾਂਜੀ, ਇਹ ਤਾਂ ਤੁਸੀਂ ਜਾਗਦੇ ਹੋਏ ਵੀ ਠੱਗੇ ਜਾ ਰਹੇ ਹੋ, ਲੁੱਟੇ ਜਾ ਰਹੇ ਹੋ। ਹਾਰ ਭਇਓ ਖਾਂਡ ਰੇਤ ਮਹਿ ਬਿਖਰਿਓ, ਹਸਤੇ ਚੁਨਿਓ ਨਾ ਜਾਏ। ਕਹਿੰਦੇ ਰੱਬ ਖੰਡ ਹੈ, ਖੰਡ ਨਿਗੇ ਨਿਗੇ ਦਾਣੇ ਹੁੰਦੇ। ਅੱਜ ਕੱਲ ਤਾਂ ਮੋਟੇ ਦਾਣੇ ਹੁੰਦੇ ਨਾ ਖੰਡ ਦੇ, ਪਹਿਲਾਂ ਦੇਸੀ ਖੰਡ ਹੁੰਦੀ, ਬੜੇ ਬਰੀਕ ਉਹਦੇ ਕਣ ਹੁੰਦੇ ਖੰਡ ਦੇ। ਉਹ ਖੰਡ ਰੇਤ ਵਿੱਚ ਮਿਲ ਜੇ ਤੇ ਚੁਣੀ ਨਹੀਂ ਜਾ ਸਕਦੀ। ਤੇ ਚੁਣੇ ਵੀ ਕੌਣ? ਹਾਥੀ। ਹਸਤੀ ਹਸਤੀ ਕਹਿੰਦੇ ਹਾਥੀ ਨੂੰ। ਹਾਥੀ ਨੂੰ ਕਹੋ ਵੀ ਇਹ ਖੰਡ ਖਿੰਡ ਗਈ ਹੈ ਰੇਤ ਵਿੱਚ ਤੇ ਇਹਨੂੰ ਚੁਣ। ਉਹਦੇ ਪੋਟ ਹੀ ਏਡੇ ਏਡੇ ਵੱਡੇ ਆ, ਪੈਰ ਵੀ ਕਿਵੇਂ ਚੁਣੂ? ਉਹਦਾ ਬਰੀਕ ਹੱਥਾਂ ਨਾਲ ਨਹੀਂ, ਆਪਣੇ ਹੱਥਾਂ ਦੇ ਨਾਲ ਵੀ ਬੰਦਾ ਵੀ ਚੁਣਨਾ ਚਾਹੇ ਨਹੀਂ ਚੁਣ ਸਕਦਾ। ਜਦੋਂ ਰੇਤ ਵਿੱਚ ਮਿਲ ਗਏ ਤੇ ਫਿਰ ਹਾਥੀ ਨੂੰ ਕਹੋ ਵੀ ਹਾਥੀ ਚੁਣੇ, ਕਹਿੰਦੇ ਨਹੀਂ ਚੁਣ ਸਕਦਾ। ਰੱਬ ਜਿਹੜਾ ਨਾ, ਉਹ ਬੜਾ ਬਰੀਕ ਖੰਡ ਵਾਂਗੂ ਉਹ ਮਿਲਿਆ ਹੋਇਆ ਸਰਬ ਥਾਈਂ। ਤੇ ਜਿਹੜੇ ਹਾਥੀਆਂ ਵਾਂਗੂ ਹੰਕਾਰੇ ਨਹੀਂ ਫਿਰਦੇ, ਹਾਥੀ ਬਣੇ ਹੋਏ, ਉਹ ਨਹੀਂ ਚੁਣ ਸਕਦੇ ਉਹਨੂੰ, ਉਹ ਨਹੀਂ ਉਹਨੂੰ ਪਾ ਸਕਦੇ। ਜਿਹੜੇ ਹਾਥੀਆਂ ਵਾਂਗੂ ਹੰਕਾਰੇ ਫਿਰਨ, ਹਾਥੀ ਵੱਡਾ ਹੁੰਦਾ ਨਾ, ਏਦਾਂ ਜਿਹੜੇ ਵੱਡੇ ਬਣ ਕੇ ਰਹਿੰਦੇ ਹੰਕਾਰ ਦੇ ਵਿੱਚ ਵੀ ਮੈਂ ਬੜਾ ਵੱਡਾ ਜੇ, ਮੇਰੀ ਬੜੀ ਪ੍ਰਭਤਾ ਜੇ, ਮੇਰੀ ਬੜੀ ਵਡਿਆਈ ਜੇ, ਕਹਿੰਦੇ ਉਹ ਨਹੀਂ ਚੁਣ ਸਕਦੇ ਉਸ ਰੱਬ ਨੂੰ। ਕਿਉਂਕਿ ਉਹ ਹਰੀ ਖੰਡ ਬਣ ਕੇ ਸੰਸਾਰ ਰੂਪੀ ਜਿਹੜੀ ਰੇਤ ਹੈ ਇਹਦੇ ਵਿੱਚ ਮਿਲਿਆ ਹੋਇਆ। ਹਾਥੀ ਬਣ ਕੇ ਨਹੀਂ, ਹੰਕਾਰੀ ਹੋ ਕੇ ਬੰਦਾ ਜੇ ਉਹਨੂੰ ਪਾਉਣਾ ਚਾਹੇ ਨਹੀਂ ਪਾ ਸਕਦਾ। ਹੰਕਾਰੀਆਂ ਨੂੰ ਦੁੱਖ ਭੁੱਖ ਹੈ, ਹੱਥ ਤੱਡਾ ਘਰ ਘਰ ਮੰਗਾਏ। ਉਹ ਕਦੇ ਵੀ ਰੱਬ ਦੀ ਪ੍ਰਾਪਤੀ ਨਹੀਂ ਕਰ ਸਕਦੇ। ਕੌਣ ਪ੍ਰਾਪਤ ਕਰਦੇ? ਅੱਗੇ ਰਸਤਾ ਵੀ ਦੱਸਦੇ ਵੀ ਉਹ ਖੰਡ ਕੋਈ ਚੁਣ ਵੀ ਸਕਦਾ ਕਿ ਨਹੀਂ, ਰੱਬ ਨੂੰ ਕੋਈ ਪਾ ਵੀ ਸਕਦਾ ਕਿ ਨਹੀਂ, ਉਹਦਾ ਤਰੀਕਾ ਦੱਸਦੇ ਕਬੀਰ ਜੀ ਮਹਾਰਾਜ। ਇਹ ਨਹੀਂ ਵੀ ਕੱਲੀ ਸਮੱਸਿਆ ਦੱਸੀ ਹੈ, ਸਮੱਸਿਆ ਦਾ ਸਮਾਧਾਨ ਵੀ ਦੱਸਿਆ। ਜਿਹੜੀ ਸਮੱਸਿਆ ਹੋਵੇ ਉਹਦਾ ਸਮਾਧਾਨ ਵੀ ਹੋਵੇਗਾ, ਜਿਹੜੀ ਸਮੱਸਿਆ ਹੀ ਨਾ ਹੋਵੇ ਉਹਦਾ ਸਮਾਧਾਨ ਵੀ ਨਹੀਂ ਹੁੰਦਾ। ਕਈ ਸਮੱਸਿਆਵਾਂ ਅਸੀਂ ਉਦਾਂ ਹੀ ਖੜੀਆਂ ਕੀਤੀਆਂ ਨੇ ਤੇ ਅਸੀਂ ਕਹਿੰਦੇ ਜੀ ਇਹਦਾ ਸਮਾਧਾਨ ਹੀ ਕੋਈ ਨਹੀਂ। ਦਰਅਸਲ ਉਹ ਸਮੱਸਿਆ ਵੀ ਨਹੀਂ ਹੁੰਦੀ। ਦੁਨੀਆ ਦੀ ਐਸੀ ਕੋਈ ਸਮੱਸਿਆ ਨਹੀਂ ਜਿਸ ਦਾ ਸਮਾਧਾਨ ਨਾ ਹੋਵੇ। ਜੇ ਸਮੱਸਿਆ ਹੈ ਤਾਂ ਉਹਦਾ ਸਮਾਧਾਨ ਵੀ ਕਿਤੇ ਨਾ ਕਿਤੇ ਹੋਵੇਗਾ। ਪਰ ਕਈ ਸਮੱਸਿਆਵਾਂ ਅਸੀਂ ਬਿਨਾਂ ਗੱਲ ਤੋਂ ਬਣਾ ਲਈਆਂ। ਜਿਵੇਂ ਦੋ ਅਮਲੀ ਬੈਠੇ,
ਇੱਕ ਕਹੇ ਭਰਾਵਾ ਬਾ ਜਦੋਂ ਮੇਰੇ ਕੋਲ 4 ਪੈਸੇ ਆ ਗਏ ਮੈਂ ਲਵਾਂਗਾ ਮੱਝਾਂ। ਦੂਜਾ ਕਹਿਣ ਲੱਗਾ ਵੀ ਤੂੰ ਭਾਈ ਡੰਗਰ ਰੱਖੇਂਗਾ ਤੇ ਮੈਂ ਲਵਾਂਗਾ ਜ਼ਮੀਨ, ਵੀ ਇਦਾਂ ਕਰੀ ਵੀ ਤੂੰ ਮੱਝਾਂ ਵਾਲਾ ਕੰਮ ਕੈਂਸਲ ਕਰ ਦੇ। ਉਹ ਕਹਿੰਦਾ ਉਹ ਕਿਉਂ? ਕਹਿੰਦਾ ਤੇਰੀਆਂ ਮੱਝਾਂ ਜਿਹੜੀਆਂ ਨੇ ਮੇਰੇ ਖੇਤ 'ਚ ਆ ਕੇ ਵੜਨਗੀਆਂ ਤੇ ਆਪਣੀ ਦੋਵਾਂ ਭਰਾਵਾਂ ਦੀ ਲੜਾਈ ਹੋਵੇਗੀ, ਯਾਰੀ ਦੁਸ਼ਮਣੀ 'ਚ ਬਦਲ ਜਾਣੀ ਹੈ, ਵੀ ਉਹਦਾ ਕੋਈ ਫਾਇਦਾ ਨਹੀਂ। ਕਹਿੰਦਾ ਤੇਰੇ ਕਰਕੇ ਮੈਂ ਆਪਣਾ ਕੰਮ ਛੱਡ ਦਿਆਂ? ਉਹ ਕਹਿੰਦਾ ਤੈਨੂੰ ਤਾਂ ਕਹਿ ਦਿੱਤਾ ਵੀ ਆਪਣੀ ਲੜਾਈ ਹੋ ਜਾਣੀ। ਕਹਿੰਦਾ ਜੇ ਤੂੰ ਲੜਨ ਨੂੰ ਤਿਆਰ ਆ ਤੇ ਮੈਂ ਕਿਹੜਾ ਘੱਟ ਆ, ਲੈ ਤੂੰ ਜ਼ਮੀਨ, ਮੈਂ ਤੇ ਲਊਂ ਮੱਝਾਂ। ਉਹ ਕਹਿੰਦਾ ਆਹ ਲੈ ਲਈ ਜ਼ਮੀਨ, ਲਕੀਰ ਜ਼ਮੀਨ ਤੇ ਖਿੱਚਤੀ, ਆਹ ਮੇਰੀ ਜ਼ਮੀਨ ਇੱਧਰਲੇ ਬੰਨੇ, ਵਾੜ ਹੁਣ ਆਪਣੀਆਂ ਮੱਝਾਂ। ਉਹਨੇ ਆਪਣੀ ਉਂਗਲ ਨਾਲ ਹੀ ਉਹ ਲਕੀਰ ਕੱਟ ਕੇ ਕਹਿੰਦਾ ਲੈ ਵਾੜ ਦਿੱਤੀਆਂ। ਜਿਉਂ ਲੜੇ ਜੁੱਤਮ ਜੁੱਤੀ ਹੋਏ, ਕੇਸ ਕੋਰਟ 'ਚ ਚਲਾ ਗਿਆ। ਜੱਜ ਕਹੇ ਦੱਸੋ ਵੀ ਕਿੱਥੇ ਜ਼ਮੀਨ ਹੈ ਤੁਹਾਡੀ? ਕਹਿੰਦੇ ਜੀ ਉਹ ਤਾਂ ਲਈ ਨਹੀਂ ਹਾਲੇ, ਗੱਲਾਂ ਗੱਲਾਂ 'ਚ ਲੜਾਈ ਹੋਈ। ਇਹੋ ਜਿਹੀਆਂ ਸਮੱਸਿਆਵਾਂ ਅਸੀਂ ਬਹੁਤ ਬਣਾਈਆਂ ਹੋਈਆਂ, ਬਿਨਾਂ ਗੱਲ ਤੋਂ ਹੀ, ਬਿਨਾਂ ਕਾਰਨ ਤੋਂ ਹੀ। ਮੁੱਦੇ ਨਹੀਂ ਬਣਾਏ ਹੋਏ ਕਈ ਸਾਡੇ ਵੀ ਸਿੱਖਾਂ ਵਿੱਚ, ਅਸੀਂ ਆਪ ਹੀ ਖੜੇ ਕੀਤੇ ਹੋਏ ਨੇ, ਹੈਣ ਵੀ ਨਹੀਂ ਪਰ ਬਣਾਏ ਹੋਏ ਆ। ਉਹਨਾਂ ਤੇ ਕਈ ਵਰਿਆਂ ਤੋਂ ਸਾਡੀ ਚਰਚਾ ਹੀ ਉੱਥੇ ਮੁੜ ਘੁੜ ਕੇ ਉੱਥੇ ਹੀ ਆ ਜਾਣਾ ਸੀ। ਕਬੀਰ ਜੀ ਮਹਾਰਾਜ ਜੀ ਨੇ ਜੇ ਇਹ ਦੱਸਿਆ ਵੀ ਖੰਡ ਜਿਹੜੀ ਆ ਉਹ ਰੇਤ 'ਚ ਮਿਲੀ ਆ, ਸਮੱਸਿਆ ਤਾਂ ਹੈ, ਹਾਥੀ ਨਹੀਂ ਚੁਣ ਸਕਦਾ, ਪਰ ਇਹਦਾ ਸਮਾਧਾਨ ਤਾਂ ਹੋਵੇਗਾ ਨਾ ਕੋਈ। ਅਗਲੀ ਪੰਕਤੀ ਕੀ ਦੱਸਦੇ, ਸੁਣੋ ਜੀ। ਕਹੈ ਕਮੇਰ ਕੁਲ ਜਾਤ ਪਾਤ ਤਜ, ਚੀਟੇ ਹੋਏ ਚੁਨ ਖਾਏ। ਕਬੀਰ ਜੀ ਮਹਾਰਾਜ ਜੀ ਕਹਿੰਦੇ ਆ ਵੀ ਸੱਜਣਾ, ਕੀੜੀ ਜਿਹੜੀ ਆ ਨਾ ਉਹ ਉਸ ਰੇਤ ਨੂੰ ਚੁਣ ਕੇ, ਉਹ ਰੇਤ ਵਿੱਚੋਂ ਚੁਣ ਕੇ ਖੰਡ ਨੂੰ ਖਾ ਲੈਂਦੀ ਕੀੜੀ, ਉਹਦੇ ਲਈ ਔਖਾ ਕੰਮ ਨਹੀਂ ਹੁੰਦਾ। ਤੇ ਕਹਿੰਦੇ ਤੂੰ ਵੀ ਕੀੜੀ ਵਾਂਗੂ ਨਿਮਰਤਾ 'ਚ ਆ ਜਾ, ਨੀਵਾਂ ਹੋ ਜਾ, ਆਪਣੀ ਕੁੱਲ ਦਾ, ਜਾਤ ਦਾ, ਪਾਤ ਦਾ ਅਪਮਾਨ ਛੱਡ ਦੇ, ਹੰਕਾਰ ਛੱਡ ਦੇ ਤੇ ਕੀੜੀ ਹੋ ਕੇ ਨਿਮਰਤਾ ਸਹਿਤ ਹੋ ਜਾ। ਇੱਥੇ ਤਾਂ ਕੁਲਾਂ ਦੇ ਮਾਣ ਹੀ ਚੁੱਕੀ ਫਿਰਦੇ ਆ, ਜਾਤਾਂ ਪਾਤਾਂ ਦੇ ਮਾਣ ਚੁੱਕੀ, ਮੈਂ ਫਲਾਣੇ ਬਰਾਦਰੀ ਦਾ, ਮੇਰਾ ਫਲਾਣਾ ਗੋਤ, ਬੜਾ ਉੱਚਾ ਗੋਤ ਹੁੰਦਾ ਜੀ ਸਾਡਾ। ਇਸੇ ਹੰਕਾਰ ਦੇ ਵਿੱਚ ਤੁਰਮ ਖਾਨ ਟੁਰੇ ਫਿਰਦੇ ਆ। ਖਬਰੇ ਉਸ ਕੁੱਲ 'ਚ ਜਨਮ ਲੈ ਕੇ, ਉਸ ਜਾਤੀ ਵਿੱਚ ਜਨਮ ਲੈ ਕੇ ਕਿੰਨੀਆਂ ਕੁ ਵੱਡੀਆਂ ਇਹਨਾਂ ਨੇ ਬਹਾਦਰੀਆਂ ਕਰ ਲਈਆਂ। ਉਹਦਾ ਹੰਕਾਰ ਧਰਮ ਸਥਾਨਾਂ ਤੇ ਵੀ ਆ ਕੇ ਪਾਲੀ ਜਾਂਦੇ। ਕਬੀਰ ਜੀ ਮਹਾਰਾਜ ਜੀ ਕਹਿੰਦੇ ਕੁੱਲ ਦਾ, ਜਾਤੀ ਦਾ, ਪਾਤ ਦਾ ਅਪਮਾਨ ਛੱਡ ਕੇ ਕੀੜੀ ਦੇ ਮਨਿੰਦ ਨੀਵਾਂ ਹੋ ਜਾ। ਤੇ ਜਦੋਂ ਕੀੜੀ ਦੇ ਮਨਿੰਦ ਹੋ ਜਾਏਗਾ ਫਿਰ ਉਹ ਹਰੀ ਰੂਪੀ ਖੰਡ ਤੈਨੂੰ ਮਿਲਦਿਆਂ ਦੇਰੀ ਨਹੀਂ ਲਾਏਗਾ, ਉਸੇ ਵੇਲੇ ਹੀ ਆਣ ਮਿਲੇਗਾ। ਚਿੰਟੀ ਹੋਏ ਚੁਨ ਖਾਈ, ਕੀੜੀ ਬਣ ਕੇ ਖਾ ਲੈਂਦੀ ਆ ਨਾ ਉਹ ਖੰਡ ਨੂੰ ਰੇਤ ਦੇ ਵਿੱਚੋਂ ਚੁਣ ਚੁਣ ਕੇ। ਕਹਿੰਦੇ ਏਦਾਂ ਨਿਮਰਤਾ 'ਚ, ਹਲੀਮੀ 'ਚ ਆ ਕੇ ਹੰਕਾਰ ਦੀ ਬਿਰਤੀ ਤਿਆਗ ਕੇ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰਦੇਵ ਦੀ ਬਾਣੀ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।